ਵਾਹਿਗੁਰੂ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ ਤੇ ਤੁਕੀ ਏਕ ਓੰਕਾਰ, ਸਤਿਗੁਰ ਪ੍ਰਸਾਦ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ। ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਹਰ ਜੀਏ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ। ਭਗਤ ਤੇਰੀ ਸਰਣਾਈ ਰਹਾਉ, ਭਗਤਾਂ ਨੂੰ ਜਮ ਜੋਹਿ ਨ ਸਾਕੈ, ਕਾਲ ਨ ਨੇੜੈ ਜਾਈ। ਕੇਵਲ ਰਾਮ ਨਾਮ ਮਨ ਬਸਿਆ, ਨਾਮੇ ਹੀ ਮੁਕਤ ਪਾਈ। ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ, ਗੁਰ ਕੈ ਸਹਿਜ ਸੁਭਾਈ। ਮਨ ਮੁਖਾਂ ਨੂੰ ਪ੍ਰਤੀਤ ਨ ਆਵੀ, ਅੰਤਰ ਲੋਭ ਸੁਆਓ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਲਾਗਾ ਭਾਓ। ਕੂੜ ਕਪਟ ਪਾਜ ਲੈ ਜਾਸੀ, ਮਨਮੁਖ ਪੀਕਾ ਲਾਓ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੋ ਤੂੰ ਜਾਤਾ। ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ। ਹਉਮੈ ਮਾਰ ਮਨਸਾ ਮਨੈ ਸਮਾਣੀ, ਗੁਰ ਕੈ ਸ਼ਬਦ ਪਛਾਤਾ। ਆਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ। ਉਹ ਨਾ ਕੀ ਰੀਸ ਕਰੇ ਸੋ ਬਿਗੁਚੈ, ਜਿਨ ਹਰ ਪ੍ਰਭ ਹੈ ਰਖਵਾਰਾ। ਬਿਨ ਸਤਿਗੁਰ ਸੇਵੇ ਕਿਨੇ ਨਾ ਪਾਇਆ, ਮਨ ਮੁਖ ਭੌਂਕ ਬੋਏ ਬਲ ਲਾਈ। ਆਵ ਹੈ ਜਾਵ ਹੈ ਠੌਰ ਨਾ ਪਾਵੈ, ਦੁਖ ਮੈਂ ਦੁਖ ਸਮਾਈ। ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ, ਸਹਿਜੇ ਸਾਚ ਸਮਾਈ। ਬਿਨ ਸਤਿਗੁਰ ਸੇਵੇ ਜਨਮ ਨਾ ਛੋਡੇ, ਜੇ ਅਨੇਕ ਕਰਮ ਕਰੇ ਅਧਿਕਾਈ। ਵੇਦ ਪੜੇ ਤੈ ਬਾਦ ਬਖਾਣੇ, ਬਿਨ ਹਰ ਪਤ ਗਵਾਈ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੁਟੇ ਗੁਰ ਸਰਣਾਈ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ। ਉਹ ਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਪਰ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਸਤ ਸੰਗਤ ਦੇ ਰੂਪ ਵਿੱਚ ਜੁੜ ਕੇ ਬੈਠੀ ਸਮੂਹ ਸਾਧ ਸੰਗਤ ਜੀ, ਅੱਜ ਮੱਘਰ ਦਾ ਮਹੀਨਾ ਪ੍ਰਾਰੰਭ ਹੋਇਆ ਹੈ, ਕੱਤਕ ਦੇ ਮਹੀਨੇ ਦੀ ਸਮਾਪਤੀ ਹੋਈ ਹੈ। ਪਿਛਲਾ ਮਹੀਨਾ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਅਵਤਾਰ ਪੁਰਬ ਦਾ ਮਹੀਨਾ ਬਤੀਤ ਹੋਇਆ ਹੈ। ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਸਾਹਿਬ ਜੀ ਤਿੰਨਾਂ ਦੇ ਸੱਚਖੰਡ ਜਾਣ ਦਾ ਸਮਾਂ ਵੀ ਜਿਹੜਾ ਪਿਛਲੇ ਮਹੀਨੇ ਵਿੱਚ ਬੀਤ ਗਿਆ ਹੈ। ਸੋ ਇਹ ਮੱਘਰ ਦਾ ਮਹੀਨਾ ਪ੍ਰਾਰੰਭ ਹੋਇਆ। ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਪਵਿੱਤਰ ਰਸਨਾ ਦੁਆਰਾ 12 ਮਾਹਾਂ ਦੀ ਬਾਣੀ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਸੰਗਤਾਂ ਨੂੰ ਬਖਸ਼ਦੇ ਨੇ। ਹਰੇਕ ਮਹੀਨੇ ਵਿੱਚ ਸਤਿਗੁਰੂ ਜੀ ਨੇ ਉਪਦੇਸ਼ ਸੰਗਤਾਂ ਵਾਸਤੇ ਬਖਸ਼ਿਆ ਹੈ। ਸੋ ਜਿਹੜੇ ਗੁਰਮੁਖ ਪਿਆਰੇ ਜਿਨ੍ਹਾਂ ਦੇ ਮਨ ਦੀ ਭਾਵਨਾ ਹੁੰਦੀ ਆ, ਉਹਨਾਂ ਦੇ ਮਨ ਦਾ, ਸਿਆਣੇ ਪੁਰਖਾਂ ਦੇ ਮਨ ਦਾ ਵਿਚਾਰ ਹੈ ਕਿ ਮਹੀਨੇ ਦਾ ਨਾਮ ਕਿਸੇ ਭਲੇ ਪੁਰਸ਼ ਦੀ ਰਸਨਾ ਤੋਂ
ਸਰਵਣ ਕਰ ਲਿਆ ਜਾਵੇ ਤਾਂ ਮਹੀਨਾ ਸੁਖ ਸ਼ਾਂਤੀ ਨਾਲ ਬਤੀਤ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖ ਜਗਤ ਦੇ ਉੱਤੇ ਨਹੀਂ, ਤਕਰੀਬਨ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਸਤਿਗੁਰੂ ਜੀ ਨੇ ਬਾਣੀ ਉਚਾਰੀ ਹੈ। ਤੇ ਕੇਵਲ ਸਿੱਖਾਂ ਵਾਸਤੇ ਨਹੀਂ, 12 ਮਹਾਂ ਕੋਈ ਵੀ ਕਿਸੇ ਧਰਮ ਦਾ ਵੀ ਗੁਰਮੁਖ ਗੁਰੂ ਦਾ ਗਿਆਨ ਜੋ ਸਤਿਗੁਰੂ ਨੇ ਬਖਸ਼ਿਆ ਹੈ ਉਸ ਨੂੰ ਸਰਵਣ ਕਰ ਲਵੇ ਤਾਂ ਮਨੁੱਖ ਦਾ ਕੁਦਰਤੀ ਗੱਲ ਹੈ ਕਿ ਜੀਵਨ ਦੇ ਜਿੱਥੇ ਸਵਾਦ ਸਫਲੇ ਹੁੰਦੇ ਨੇ ਉੱਥੇ ਜੀਵਨ ਦੇ ਕੁਝ ਮਿਲੇ ਹੋਏ ਜੋ ਮਨੁੱਖ ਨੂੰ ਤਰੱਕੀ ਕਰਨ ਵਾਸਤੇ ਸਮਾਂ ਮਿਲਿਆ ਹੈ ਉਹ ਮਨੁੱਖ ਤਰੱਕੀ ਵੀ ਕਰ ਸਕਦਾ ਹੈ। ਜਿੰਨੇ ਸਵਾਸ ਗੁਰੂ ਦੀ ਹਾਜ਼ਰੀ ਵਿੱਚ ਬਤੀਤ ਹੋ ਜਾਣ ਜਾਂ ਜਿੰਨੇ ਸਵਾਸ ਗੁਰੂ ਦੇ ਦਰਸ਼ਨ ਕਰਦਿਆਂ ਬਤੀਤ ਹੋ ਜਾਣ ਜਾਂ ਜਿੰਨੇ ਸਵਾਸ ਗੁਰੂ ਦੀ ਸੇਵਾ ਕਰਦਿਆਂ ਬਤੀਤ ਹੋ ਜਾਣ, ਇਹ ਸਾਰੇ ਮਨੁੱਖ ਜਨਮ ਦੇ ਸਫਲ ਕਰਨ ਵਾਸਤੇ ਸਾਧਨ ਨੇ। ਅੱਖਾਂ ਬਖਸ਼ੀਆਂ ਨੇ, ਕੰਨ ਬਖਸ਼ੇ ਨੇ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਹੱਥ ਪੈਰ ਦਿੱਤੇ ਨੇ। ਇਹ ਸਿਰਫ ਤੇ ਸਿਰਫ ਮਨੁੱਖ ਨੂੰ ਭਵ ਸਾਗਰ ਵਿੱਚੋਂ ਤਰਨ ਵਾਸਤੇ, ਮਨੁੱਖ ਨੂੰ ਆਪਣੇ ਸਵਾਸ ਸਫਲ ਕਰਨ ਵਾਸਤੇ ਇਹ ਅੰਗ ਦਿੱਤੇ ਨੇ। ਜਿਨ੍ਹਾਂ ਮਨੁੱਖਾਂ ਕੋਲ ਹੱਥ ਨਹੀਂ ਹਨ ਉਹਨਾਂ ਨੂੰ ਇਸ ਹੱਥਾਂ ਦੀ ਕੀਮਤ ਦਾ ਪਤਾ ਹੈ ਵੀ ਇਹਦੀ ਕੀਮਤ ਕੀ ਹੈ। ਜਿਨ੍ਹਾਂ ਮਨੁੱਖਾਂ ਕੋਲ ਨੇਤਰ ਅੱਖਾਂ ਨਹੀਂ ਹਨ ਉਹਨਾਂ ਨੂੰ ਪਤਾ ਹੈ ਇਸ ਦੀ ਕੀਮਤ ਕੀ ਹੈ। ਜਿਨ੍ਹਾਂ ਕੋਲ ਕੰਨ ਨਹੀਂ ਹਨ ਉਹ ਇਸ ਗੱਲ ਦੀ ਕੀਮਤ ਨੂੰ ਸਮਝਦੇ ਨੇ ਕਿ ਇਹਨਾਂ ਦੀ ਕੀਮਤ ਕੀ ਹੈ। ਸੋ ਆਪਾਂ ਨੂੰ ਸਾਰੇ ਸਰੀਰ ਦੇ ਅੰਗ ਜਿਹੜੇ ਨੇ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਨੇ, ਭਾਵੇਂ ਸਮੇਂ ਮੁਤਾਬਕ ਇਹ ਸਰੀਰ ਦੇ ਇੰਦਰੇ ਰਹਿੰਦੇ ਚਲੇ ਜਾਂਦੇ ਨੇ, ਪਰ ਜਿੰਨਾ ਚਿਰ ਇਹ ਸਰੀਰ ਦੀ ਬਖਸ਼ਿਸ਼ ਹੈ ਗੁਰੂ ਵੱਲੋਂ ਸਿਰਫ ਤੇ ਸਿਰਫ ਆਤਮਾ ਨੂੰ ਇਸ ਭਵ ਸਾਗਰ ਦੇ ਸਮੁੰਦਰ ਦੇ ਵਿੱਚੋਂ ਤਰਨ ਵਾਸਤੇ ਸਤਿਗੁਰੂ ਜੀ ਨੇ ਸਰੀਰ ਬਖਸ਼ਿਆ ਹੈ। ਸਾਰੀਆਂ ਜੋਨਾਂ ਦੇ ਵਿੱਚੋਂ ਇੱਕ ਮਾਨਸ ਜੋਨੀ ਹੈ ਜਿਹੜੀ ਭਵ ਸਾਗਰ ਨੂੰ ਮਨੁੱਖ ਨੂੰ ਤਾਰ ਸਕਦੀ ਹੈ। ਬਾਕੀ ਪਸ਼ੂ ਪੰਛੀ ਜੋਨੀਆਂ ਬਥੇਰੀਆਂ ਨੇ ਤੇ ਬਿਨਾਂ ਸਤਿਗੁਰ ਤੋਂ ਇਹਨਾਂ ਜੋਨੀਆਂ ਤੋਂ ਛੁਟਕਾਰਾ ਵੀ ਨਹੀਂ ਹੋ ਸਕਦਾ। ਤੇ ਮਨੁੱਖ ਜਨਮ ਵਿੱਚ ਵੀ ਕਿਸੇ ਮਹਾਂਪੁਰਖ ਦੀ ਸੰਗਤ ਤੋਂ ਬਿਨਾਂ ਛੁਟਕਾਰਾ ਜੀਵ ਦਾ ਬੜੀ ਔਖੀ ਗੱਲ ਹੈ। ਕੋਈ ਇਹ ਕਹੇ ਕਿ ਮੈਂ ਆਪਣੇ ਆਪ ਕਮਾਈ ਕਰਕੇ ਤਰ ਜਾਵਾਂ, ਇਹ ਗੱਲ ਮੰਨਣ ਯੋਗ ਨਹੀਂ ਹੈ। ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਗਿਆਨ ਬਖਸ਼ਿਆ ਹੈ ਉਹ ਗਿਆਨ ਜੋ ਹੈ ਇੱਕ ਇੱਕ ਅੱਖਰ ਜੀਵ ਦੇ ਕਲਿਆਣਕਾਰੀ ਵੀ ਹੈ ਤੇ ਜੀਵ ਦੇ ਸਮਝਾਉਣ ਵਾਸਤੇ, ਭਵ ਸਾਗਰ ਤੋਂ ਤਰਨ ਵਾਸਤੇ ਵੀ ਇਹ ਗਿਆਨ ਸਤਿਗੁਰੂ ਜੀ ਨੇ ਬਖਸ਼ਿਆ ਹੈ। ਜਿਹੜੇ ਮਨੁੱਖ ਪ੍ਰੈਕਟੀਕਲ ਇਸ ਜੀਵਨ ਤੇ, ਇਸ ਗੁਰਬਾਣੀ ਤੇ ਆਪਣੇ ਜੀਵਨ ਨੂੰ ਚਲਾਉਂਦੇ ਨੇ ਉਹ ਆਪ ਤਾਂ ਤਰਦੇ ਨੇ, ਸੰਸਾਰ ਨੂੰ ਤਾਰਨ ਦੇ ਸਮਰੱਥ ਹੋ ਜਾਂਦੇ। ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖਾਂ ਤੇ ਵੱਡੀ ਕਿਰਪਾ ਕੀਤੀ ਹੈ, ਸੰਸਾਰ ਦੇ ਲੋਕਾਂ ਤੇ ਵੱਡੀ ਕਿਰਪਾ ਕੀਤੀ ਹੈ ਕਿ ਮਨੁੱਖ ਨੂੰ ਭਵ ਸਾਗਰ ਤਰਨ ਵਾਸਤੇ ਕਮ ਸੇ ਕਮ ਘੱਟ ਤੋਂ ਘੱਟ, ਜੇ ਮਨੁੱਖ ਕੋਈ ਹਰ ਰੋਜ਼ ਨਹੀਂ ਜਾ ਸਕਦਾ ਤੇ ਘੱਟ ਤੋਂ ਘੱਟ ਉਹ ਮਨੁੱਖ ਮਹੀਨੇ ਬਾਅਦ ਤਾਂ ਗੁਰੂ ਦੇ ਦਰਸ਼ਨਾਂ ਨੂੰ ਜਾਵੇ, ਮਹੀਨੇ ਬਾਅਦ ਗੁਰੂ ਦੇ ਚਰਨਾਂ ਵਿੱਚ ਜਾ ਕੇ ਮਹੀਨੇ ਦਾ ਨਾਮ ਸਰਵਣ ਕਰ ਲਵੇ। ਇਹ ਇਸ ਕਰਕੇ 12 ਮਹਾਂ ਉਚਾਰਿਆ ਹੈ। ਸੋ ਜਿਹੜੇ ਗੁਰਮੁਖ ਮਹਾਂਪੁਰਖਾਂ ਦੇ ਸਥਾਨਾਂ ਤੇ ਆ ਕੇ ਸੇਵਾ ਕਰਦੇ ਆ, ਇਹ ਕੁਛ ਪਵਿੱਤਰ ਦਿਨ ਗਿਣੇ ਗਏ ਨੇ, ਜਿਸ ਤਰ੍ਹਾਂ ਮਸਿਆ ਹੈ, ਪੁੰਨਿਆ ਹੈ, ਇਕਾਦਸ਼ੀ ਹੈ, ਦਸਵੀਂ ਹੈ। ਇਸੇ ਤਰ੍ਹਾਂ ਸੰਗਰਾਂਦ ਦਾ ਦਿਹਾੜਾ ਵੀ ਇੱਕ ਪਵਿੱਤਰ ਦਿਹਾੜਾ ਮੰਨਿਆ ਗਿਆ। ਇਹਨਾਂ ਪਵਿੱਤਰ ਦਿਹਾੜਿਆਂ ਤੇ ਜਾ ਕੇ ਧਾਰਮਿਕ ਸਥਾਨਾਂ ਤੇ ਕੋਈ ਗੁਰਮੁਖ ਸੇਵਾ ਕਰਦੇ ਆ, ਕੋਈ ਨਾਮ ਜਪਦੇ ਆ, ਉਹਨਾਂ ਨੂੰ ਵਾਧੂ ਫਲ ਪ੍ਰਾਪਤ ਹੁੰਦਾ ਹੈ। ਪਵਿੱਤਰਤਾ ਦੀ ਫਿਰ ਜ਼ਰੂਰਤ ਨਹੀਂ, ਕਿਉਂਕਿ ਉਹ ਸਮਾਂ ਹੀ, ਉਹ ਦਿਨ ਹੀ ਪਵਿੱਤਰ ਹੁੰਦਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦਾ ਦਿਨ ਪਵਿੱਤਰ ਗਿਣਿਆ ਗਿਆ, ਦੀਵਾਲੀ ਦਾ ਤਿਉਹਾਰ ਪਵਿੱਤਰ ਗਿਣਿਆ ਗਿਆ, ਇਸੇ ਤਰ੍ਹਾਂ ਸੰਗਰਾਂਦ ਦਾ ਦਿਹਾੜਾ ਜਾਂ ਮਸਿਆ ਪੁੰਨਿਆ ਦੇ ਜਿਹੜੇ ਦਿਨ ਨੇ ਇਹ ਪਵਿੱਤਰ ਗਿਣੇ ਗਏ ਨੇ। ਸੋ ਇਹਨਾਂ ਦਿਨਾਂ ਤੇ ਕੋਈ ਮਨੁੱਖ ਧਾਰਮਿਕ ਸਥਾਨਾਂ ਤੇ ਜਾ ਕੇ ਗੁਰੂ ਦੀ ਸੇਵਾ ਕਰੇ, ਗੁਰੂ ਦਾ ਦਰਸ਼ਨ ਕਰੇ, ਗੁਰੂ ਦੀ ਬਾਣੀ ਪੜ੍ਹੇ
ਤੇ ਜਾਂ ਗੁਰੂ ਦੇ ਭਾਈ ਮੱਥਾ ਟੇਕ ਕੇ ਵਾਪਸ ਆ ਜਾਵੇ। ਤੇ ਇਹ ਮਨੁੱਖ ਦੇ ਜਿੱਥੇ ਭਲੇ ਦੀ ਗੱਲ ਹੈ, ਉੱਥੇ ਮਨੁੱਖ ਨੂੰ ਸੰਸਾਰ ਵਿੱਚ ਸੁੱਖ ਨਾਲ ਜੀਵਨ ਜਿਉਣ ਦੀ ਜਾਚ ਵੀ ਗੁਰੂ ਦੇ ਚਰਨਾਂ ਵਿੱਚੋਂ, ਗੁਰੂ ਦੀ ਬਾਣੀ ਤੋਂ ਮਨੁੱਖ ਨੂੰ ਸੇਧ ਮਿਲਦੀ ਹੈ। ਇਸ ਕਰਕੇ ਜਿਹੜਾ ਮਨੁੱਖ ਗੁਰੂ ਦੇ ਗਿਆਨ ਅਨੁਸਾਰ ਸੰਸਾਰ ਵਿੱਚ ਤੁਰਦਾ ਹੈ, ਜਿਹੜਾ ਮਨੁੱਖ ਗੁਰੂ ਦੀ ਬਖਸ਼ਿਸ਼ ਦੁਆਰਾ ਗੁਰੂ ਦੇ ਕਹੇ ਮੁਤਾਬਕ ਆਪਣੇ ਜੀਵਨ ਨੂੰ ਚਲਾਉਣਾ ਕਰਦਾ ਹੈ, ਉਹ ਮਨੁੱਖ ਭਾਈ ਸੰਸਾਰ ਦੇ ਭਵ ਸਾਗਰ ਨੂੰ ਤਰ ਜਾਂਦਾ ਤੇ ਹੋਰਨਾਂ ਨੂੰ ਤਾਰਨ ਦੇ ਸਮਰੱਥ ਵੀ ਹੁੰਦਾ। ਸੋ ਰਹੋ ਵਿਚਾਰ। ਗੁਰਮੁਖ ਪਿਆਰੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਮਨ ਵਿੱਚ ਬੜੀ ਹੈਰਾਨੀ ਹੋਈ ਪਈ। ਕੀਰਤਨ ਜਿਹੜਾ ਸਮੇਂ ਸਮੇਂ ਅਨੁਸਾਰ ਸਤਿਗੁਰੂ ਜੀ ਨੇ ਬਾਣੀ ਉਚਾਰੀ ਹੈ। ਜਿੱਥੇ ਜਿੱਥੇ ਬਾਣੀ ਟੁੱਕਦੀ ਸੀ ਜਾਂ ਜਿੱਥੇ ਜਿੱਥੇ ਗਿਆਨ ਕੋਈ ਟੁੱਕਦਾ ਸੀ, ਉਸ ਗਿਆਨ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਦੇ ਭਲੇ ਵਾਸਤੇ ਬਾਣੀ ਉਚਾਰੀ ਹੈ। ਕੋਈ ਮਨੁੱਖ ਦੀ ਮੌਤ ਹੋ ਜਾਵੇ, ਉਹਦੇ ਤੇ ਲਾਵਾਂ ਨਹੀਂ ਪੜ੍ਹੀਆਂ ਜਾਂਦੀਆਂ, ਹੈ ਤਾਂ ਬਾਣੀ। ਤੇ ਜੇ ਕੋਈ ਗੁਰਮੁਖ ਬੈਠੇ ਹੋਣ, ਉੱਥੇ ਭਾਈ ਮਨਮੁਖਾਂ ਦੇ ਉਪਦੇਸ਼ ਵਾਲੀ ਬਾਣੀ ਨਹੀਂ ਪੜ੍ਹੀ ਜਾਂਦੀ। ਬਾਣੀ ਉਹੀ ਪੜ੍ਹੀ ਜਾਂਦੀ ਆ ਜਿਹੜੀ ਮਨੁੱਖ ਉਹ ਤੇ ਆਪ ਚੱਲਿਆ ਹੋਵੇ। ਇਹ ਸਤਿਗੁਰੂ ਨੇ ਬਾਣੀ ਸਾਨੂੰ ਉਚਾਰ ਕੇ ਦੱਸੀ ਆ। ਬਹੁਤ ਸਾਰੀ ਬਾਣੀ ਕਈ ਜਗ੍ਹਾ ਤੇ ਬੇਨਤੀ ਰੂਪ ਹੈ, ਕਈ ਜਗ੍ਹਾ ਤੇ ਸਤਿਗੁਰੂ ਜੀ ਨੇ ਲਾਲਚ ਦੇ ਕੇ ਜੀਵ ਨੂੰ ਸਮਝਾਉਣਾ ਕੀਤਾ ਹੈ। ਜਿੱਥੇ ਬੇਨਤੀ ਰੂਪ ਹੈ, ਜਿਸ ਤਰ੍ਹਾਂ ਕੋਈ ਅਰਜੀ ਛੁੱਟੀ ਵਾਸਤੇ ਦੇਣੀ ਆ, ਕੋਈ ਬਿਮਾਰ ਹੋ ਗਿਆ, ਉਹਦੀ ਅਰਜੀ ਕਿਸ ਤਰ੍ਹਾਂ ਲਿਖਣੀ ਆ, ਤੁਸੀਂ ਕਿਸ ਤਰ੍ਹਾਂ ਗੁਰੂ ਅੱਗੇ ਅਰਦਾਸ ਕਰਨੀ ਆ। ਜੇ ਗੁਰੂ ਤੋਂ ਕੋਈ ਬਖਸ਼ਿਸ਼ ਲੈਣੀ ਆ ਤਾਂ ਅਰਦਾਸ ਕਿਸ ਤਰ੍ਹਾਂ ਕਰਨੀ ਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਜਿਨ੍ਹਾਂ ਦੀ ਬਾਣੀ ਆ ਉਹ ਨੀਚ ਕਰਮਾਂ ਵਾਲੇ ਨਹੀਂ ਸਨ, ਉਹਨਾਂ ਨੇ ਸਾਨੂੰ ਅਰਦਾਸ ਬੇਨਤੀ ਕਰਨੀ ਦੱਸੀ ਆ। ਭਾਈ ਇਸ ਤਰ੍ਹਾਂ ਗੁਰੂ ਅੱਗੇ ਬੇਨਤੀ ਕਰਿਆ ਕਰੋ। ਸੋ ਇਸ ਕਰਕੇ ਜਿਹੜੀ ਬਾਣੀ ਆ, ਗੁਰਮੁਖਾਂ ਨੇ ਸ਼ਬਦ ਪੜ੍ਹਿਆ, ਗੱਲੀ ਜੋਗ ਨਾ ਹੋਈ। ਇਹ ਤਾਂ ਜੋਗੀਆਂ ਨੂੰ ਉਪਦੇਸ਼ ਦਿੱਤਾ ਸੀ। ਜਾਂ ਤਾਂ ਕੋਈ ਮੋਹਰੇ ਜੋਗੀਆਂ ਦੀ ਜਮਾਤ ਬੈਠੀ ਹੋਵੇ ਫੇਰ ਸ਼ਬਦ ਟੁੱਕਦਾ ਏ, ਤੇ ਜੋਗੀਆਂ ਦਾ ਇੱਕ ਵੀ ਕੋਈ ਉਹਦੇ ਵਿੱਚ ਜੋਗੀ ਨਹੀਂ ਬੈਠਾ ਤੇ ਸ਼ਬਦ ਬਣਦਾ ਨਹੀਂ ਹੈ। ਬਹੁਤ ਸਾਰੇ ਆਪਣੇ ਆਪ ਨੂੰ ਇੰਟਰਨੈਸ਼ਨਲ ਰਾਗੀ ਜਥੇ ਕਹਾਉਂਦੇ ਹੋਏ ਵੀ ਉਹਨਾਂ ਨੇ ਸ਼ਬਦ ਪੜ੍ਹੇ ਹੋਏ ਨੇ। ਬਾਕੀ ਗੁਰਮੁਖਾਂ ਨੇ ਇੱਕ ਸ਼ਬਦ ਹੋਰ ਪੜ੍ਹਿਆ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਤਾਤ ਪਰਾਈ ਬਿਸਰ ਜਾਵੇ ਫਿਰ ਇਹ ਸ਼ਬਦ ਪੜ੍ਹਨਾ ਬਣਦਾ ਕਿ ਉਹ ਮਨੁੱਖ ਦੀ ਅਵਸਥਾ ਇੰਨੀ ਉੱਚੀ ਹੋ ਜਾਵੇ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਾਣ ਆਈ। ਇਹ ਉਸ ਮਨੁੱਖ ਦੇ ਅੰਦਰ ਗੱਲ ਹੋਣੀ ਚਾਹੀਦੀ, ਫਿਰ ਉਹ ਸ਼ਬਦ ਇਹ ਪੜ੍ਹੇ। ਬਾਕੀ ਇਹ ਗਿਆਨ ਰੂਪੀ ਸ਼ਬਦ ਹੈ, ਇਹ ਸਤਿਗੁਰਾਂ ਦੇ ਅੱਗੇ ਉਹ ਮਨੁੱਖ ਪੜ੍ਹ ਸਕਦੇ ਆ ਜਿਨ੍ਹਾਂ ਨੂੰ ਦੁਸ਼ਮਣ ਮਿੱਤਰ ਬਰਾਬਰ ਹੋ ਗਿਆ, ਜਿਨ੍ਹਾਂ ਦੇ ਅੰਦਰ ਤਾਤ ਪਰਾਈ ਖਤਮ ਹੋ ਗਈ ਹੈ। ਸੋ ਗੁਰਮੁਖਾਂ ਨੇ ਇਹ ਸਾਧੂ ਦੀ ਸੰਗਤ ਤੋਂ ਬਿਨਾਂ ਗੱਲਾਂ ਪਤਾ ਨਹੀਂ ਲੱਗਦੀਆਂ। ਤੇ ਜਿਹੜੇ ਮੋਰੇ ਸੁਣਨੇ ਵਾਲੇ ਵੀ ਸਰੋਤੇ ਹੁੰਦੇ ਆ, ਉਹਨਾਂ ਨੂੰ ਵੀ ਸਾਧੂ ਦੀ ਸੰਗਤ ਤੋਂ ਬਿਨਾਂ ਇਹ ਗੱਲਾਂ ਪਤਾ ਨਹੀਂ ਲੱਗਦੀ। ਸੋ ਰਹੋ ਵਿਚਾਰ। ਸਾਧੂ ਦੀ ਸੰਗਤ ਤੋਂ ਮਨੁੱਖ ਨੂੰ ਐਸੀਆਂ ਗੱਲਾਂ ਮਿਲਦੀਆਂ ਨੇ ਜਿਹੜੀਆਂ ਕਿਤਾਬਾਂ ਵਿੱਚ ਵੀ ਨਹੀਂ ਲੱਭ ਸਕਦੀਆਂ, ਇਹ ਮਹਾਂਪੁਰਸ਼ਾਂ ਦੇ ਜੀਵਨ ਵਿੱਚੋਂ ਲੱਭਦੀਆਂ। ਸੋ ਸਤਿਗੁਰੂ ਜੀ ਨੇ ਪਿਛਲੇ ਮਹੀਨੇ ਦਾ ਜੋ ਉਪਦੇਸ਼ ਬਖਸ਼ਿਆ ਸੀ 12 ਮਾਹਾਂ ਦੇ ਵਿੱਚ, ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਜਦੋਂ ਮਨੁੱਖ ਦੀ ਪਰਮੇਸ਼ਰ ਨਾਲ ਪ੍ਰਾਪਤੀ, ਪਰਮੇਸ਼ਰ ਦੇ ਦਰਸ਼ਨ ਜਾਂ ਪਰਮੇਸ਼ਰ ਵੱਲੋਂ ਜੋ ਬਖਸ਼ਿਸ਼ਾਂ ਮਨੁੱਖ ਨੂੰ ਮਿਲਦੀਆਂ ਨੇ ਉਹ ਨਹੀਂ ਮਿਲਦੀਆਂ, ਫਿਰ ਸਤਿਗੁਰੂ ਜੀ ਨੇ ਗਿਆਨ ਬਖਸ਼ਿਆ, ਭਾਈ ਤੇਰੇ ਕਰਮਾਂ ਦੇ ਮੁਤਾਬਕ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਜਿਹੜੇ ਤੂੰ ਪਿਛਲੇ ਕੀਤੇ ਹੋਏ ਕਰਮ ਨੇ, ਪਾਪ ਕਰਮ ਨੇ, ਉਹਨਾਂ ਕਰਕੇ ਤੂੰ ਪਰਮੇਸ਼ਰ ਦੇ ਨੇੜੇ ਜਾ ਨਹੀਂ ਸਕਦਾ ਜਿੰਨਾ ਚਿਰ ਉਹ ਪਾਪ ਕਰਮ ਦੂਰ ਨਹੀਂ ਹੁੰਦੇ। ਉਹਨਾਂ ਪਾਪ ਕਰਮਾਂ ਨੂੰ ਕੱਟਣ ਦੇ ਸਮਰੱਥ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੈ। ਜਿੱਦਾਂ ਜਿੱਦਾਂ ਮਨੁੱਖ ਕੋਈ ਨਾਮ ਜਪੂਗਾ, ਜਿੱਦਾਂ ਜਿੱਦਾਂ ਕੋਈ ਬਾਣੀ ਪੜ੍ਹੂਗਾ, ਤੁਸੀਂ ਪੜ੍ਹ ਕੇ ਦੇਖਿਓ, ਪ੍ਰਭਾਵ ਪਤਾ ਲੱਗੂਗਾ। ਜਿੱਦਾਂ ਜਿੱਦਾਂ ਕੋਈ ਬਾਣੀ ਪੜ੍ਹੀ ਜਾਊਗਾ, ਬਾਣੀ ਦੇ ਨੇੜੇ ਜਾਈ ਜਾਊਗਾ, ਉਦਾਂ ਉਦਾਂ ਉਸ ਮਨੁੱਖ ਦਾ ਮਨ ਉਦਾਸ ਹੁੰਦਾ ਚਲਿਆ ਜਾਵੇਗਾ। ਉਹਨੂੰ ਸੰਸਾਰ ਤੋਂ ਉਦਾਸੀ, ਜੇ ਮਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ। ਉਹ ਸੰਸਾਰ ਮੋਹ ਮਾਇਆ ਨੂੰ ਮਮਤਾ ਵੀ ਛੱਡ ਦੂਗਾ, ਸਾਰੀ ਦੁਨੀਆ ਤੋਂ ਉਦਾਸ ਵੀ ਹੋ ਜਾਊਗਾ। ਕਹੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ।
ਕਹਿੰਦੇ ਉਸ ਪੁਰਸ਼ ਦੇ ਅੰਦਰ ਬ੍ਰਹਮ ਦਾ ਨਿਵਾਸ ਹੈ, ਪਰਮੇਸ਼ਰ ਦਾ ਵਾਸਾ ਹੈ। ਜਿੱਦਾਂ ਜਿੱਦਾਂ ਬਾਣੀ ਕੋਈ ਜ਼ਿਆਦਾ ਪੜੂਗਾ, ਮਨ ਸੰਸਾਰ ਵੱਲੋਂ ਉਦਾਸੀ ਦਾ ਕਾਰਨ ਹੈ ਕਿ ਉਹਦੇ ਤੋਂ ਸੰਸਾਰ ਤੋਂ ਦੂਰ ਹੁੰਦਾ ਚਲਿਆ ਜਾਊਗਾ। ਜਿਸ ਤਰ੍ਹਾਂ ਸੰਸਾਰ ਤੋਂ ਦੂਰ ਹੋਇਆ, ਪਰਮੇਸ਼ਰ ਦੇ ਨੇੜੇ ਹੋ ਗਿਆ, ਪਰਮੇਸ਼ਰ ਤੋਂ ਦੂਰ ਹੋ ਗਿਆ ਤੇ ਸੰਸਾਰ ਦੇ ਨੇੜੇ ਹੋ ਗਿਆ। ਤਾਂ ਸਤਿਗੁਰੂ ਜੀ ਨੇ ਬਾਣੀ ਵਿੱਚ ਦੱਸਿਆ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। 5 ਚੀਜ਼ਾਂ ਦਸੀਆਂ ਨੇ ਭਗਤਾਂ ਤੇ ਸੰਸਾਰੀਆਂ ਦੀਆਂ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ ਵਿੱਚ। ਭਗਤਾਂ ਕੀ ਚਾਲ ਨਿਰਾਲੀ, ਚਾਲ ਹੈ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਬਹੁਤ ਔਖਾ ਮਾਰਗ ਹੈ। ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ। ਲੱਭ ਹੁੰਦਾ ਆਪਣੇ ਮਤਲਬ ਵਾਸਤੇ ਹੀ, ਇਹ ਤੋਂ ਵੱਧ ਕੋਈ ਗੱਲ ਨਹੀਂ ਹੈ। ਹੰਕਾਰ ਤ੍ਰਿਸ਼ਨਾ, ਬਹੁਤਾ ਬੋਲਣਾ, ਇਹ ਸਤਿਗੁਰੂ ਜੀ ਨੇ ਦੱਸਿਆ ਵੀ ਇਹ ਗੱਲਾਂ ਮਨੁੱਖ ਸੰਸਾਰੀ ਲੋਕਾਂ ਵਿੱਚ ਨਹੀਂ ਹੁੰਦੀਆਂ। ਸੰਸਾਰੀ ਲੋਕਾਂ ਵਿੱਚ ਹੁੰਦੀਆਂ ਨੇ, ਭਗਤਾਂ ਵਿੱਚ ਨਹੀਂ ਹੁੰਦੀਆਂ। ਬਿਲਕੁਲ ਉਲਟ ਗੱਲ ਹੈ। ਤੋ ਸਤਿਗੁਰੂ ਜੀ ਨੇ ਪੋਹ ਮਹੀਨੇ, ਕੱਤਕ ਮਹੀਨੇ ਵਿੱਚ ਜੋ ਗਿਆਨ ਸੰਸਾਰ ਦੇ ਭਲੇ ਵਾਸਤੇ ਬਖਸ਼ਿਆ ਸੀ ਤੇ ਕਰਮਾਂ ਦੇ ਉੱਤੇ ਗੱਲ ਨਿਬੇੜੀ ਸੀ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਖਿਨਮੈ ਕੋੜੇ ਹੋਏਗਾ ਜਿਤਨੇ ਮਾਇਆ ਭੋਗ। ਉਹਦੇ ਤੋਂ ਬਾਅਦ ਫਿਰ ਜਗਿਆਸੂ ਨੂੰ ਸਤਿਗੁਰੂ ਜੀ ਨੇ ਮੱਘਰ ਦਾ ਮਹੀਨਾ ਪ੍ਰਾਰੰਭ ਹੋਇਆ। ਮੱਘਰ ਦੇ ਮਹੀਨੇ ਵਿੱਚ ਉਪਦੇਸ਼ ਬਖਸ਼ਿਆ, ਮੱਘਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀਆ। ਜਿਹੜੀਆਂ ਜੀਵ ਰੂਪੀ ਇਸਤਰੀਆਂ, ਬਾਕੀ ਸਾਰਾ ਸੰਸਾਰ ਇਸਤਰੀ ਦੇ ਰੂਪ ਵਿੱਚ ਗਿਣਿਆ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇੱਕੋ ਦੇ ਇੱਕ ਜੇ ਪੁਰਖ ਗਿਣਿਆ ਹੈ ਤਾਂ ਸਤਿਗੁਰੂ ਨੂੰ ਪੁਰਖ ਗਿਣਿਆ ਹੈ, ਜਾਂ ਪਰਮੇਸ਼ਰ ਨਿਰੰਕਾਰ ਨੂੰ ਪੁਰਖ ਗਿਣਿਆ, ਬਾਕੀ ਸਾਰੀਆਂ ਇਸਤਰੀਆਂ ਨੇ। ਇਸ ਜਗਤ ਮੈਂ ਪੁਰਖ ਹੈ ਇੱਕੋ, ਹੋਰ ਸਗਲੀ ਨਾਰ ਸਬਾਈ। ਇਸ ਸੰਸਾਰ ਵਿੱਚ ਇੱਕੋ ਇੱਕ ਪੁਰਖ ਹੈ। ਗੁਰੂ ਅੰਗਦ ਦੇਵ ਮਹਾਰਾਜ ਨੂੰ ਜਦੋਂ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤਾ, ਭਾਈ ਪੁਰਖਾ, ਪੁਰਖ ਵਾਚਕ ਹੈ ਪਰਮੇਸ਼ਰ ਦਾ, ਉਹਨੂੰ ਪੁਰਖ ਕਹਿ ਕੇ ਸੰਬੋਧਨ ਕੀਤਾ। ਬਾਕੀ ਸਭ ਇਸਤਰੀਆਂ ਨੇ ਮੱਘਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀਆ। ਮੱਘਰ ਦਾ ਮਹੀਨਾ ਉਹਨਾਂ ਪੁਰਸ਼ਾਂ ਨੂੰ, ਉਹਨਾਂ ਇਸਤਰੀਆਂ ਨੂੰ ਸ਼ੋਭਨੀਕ ਹੈ ਜਿਹੜੀਆਂ ਆਪਣੇ ਪਤੀ ਪਰਮੇਸ਼ਰ ਦੇ ਨਾਲ ਬੈਠੀਆਂ ਨੇ, ਜਿਨ੍ਹਾਂ ਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਆ, ਉਹਨਾਂ ਨੂੰ ਸ਼ੋਭਨੀਕ ਹੈ। ਤਿਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆ। ਪਤੀ ਬਹੁਤੀਆਂ ਨੂੰ ਮਿਲ ਜਾਂਦੇ ਆ, ਪਤੀ ਦੀ ਪ੍ਰਸੰਨਤਾ ਥੋੜੀਆਂ ਲੈ ਸਕਦੀਆਂ ਨੇ। ਉਹਨਾਂ ਪੁਰਸ਼ਾਂ ਦੀ, ਇਸਤਰੀਆਂ ਦੀ ਗਿਣਤੀ ਜਿਹੜੀ ਆ, ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦੀ ਮਹਿਮਾ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਜਿਹੜੀਆਂ ਪਰਮੇਸ਼ਰ ਦੇ ਨਾਲ ਮਿਲ ਲਈਆਂ, ਪਰਮੇਸ਼ਰ ਨੇ ਮੇਲ ਲਈਆਂ ਨੇ, ਪਰਮੇਸ਼ਰ ਦੀ ਖੁਸ਼ੀ ਹੋ ਗਈ ਹੈ। ਤਿਨ ਕੀ ਸ਼ੋਭਾ ਕਿਆ ਗਣੀ, ਉਹਨਾਂ ਦੀ ਸ਼ੋਭਾ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਜੇ ਸਾਹਿਬ ਮਿਲੜੀਆ, ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆ। ਤਨ ਦਾ ਮੌਲ ਜਾਣਾ, ਮਨੁੱਖ ਨੇ ਸੇਵਾ ਕਰਨ ਲੱਗ ਜਾਣਾ ਗੁਰੂ ਦੀ। ਤਨ ਦਾ ਮੌਲ ਜਾਣਾ, ਗੁਰੂ ਦੇ ਦਰਸ਼ਨ ਕਰਨ ਚਲੇ ਜਾਣਾ। ਤਨ ਦਾ ਮੌਲਣਾ ਹੀ ਹੈ ਗੁਰੂ ਦੀ ਬਾਣੀ ਰਸਨਾ ਤੋਂ ਉਚਾਰਨ ਲੱਗ ਜਾਣਾ। ਜਿਸ ਤਰ੍ਹਾਂ ਕਿਸੇ ਦਰਖਤ ਨੂੰ ਪੱਤੇ ਨਿਕਲ ਜਾਂਦੇ ਆ, ਕਹਿੰਦੇ ਵੀ ਦਰਖਤ ਹੁਣ ਫਲਣ ਲੱਗ ਗਿਆ, ਇਹਦੀ ਲਾਗਰਾਂ ਫੁੱਟ ਪਈਆਂ, ਤਰੱਕੀ ਕਰੂਗਾ। ਇਸੇ ਤਰ੍ਹਾਂ ਤਨ ਮਨ ਮੌਲਿਆ ਰਾਮ ਸਿਉ, ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਆ, ਮਨੁੱਖ ਦਾ ਤਨ ਗੁਰੂ ਦੀ ਸੇਵਾ ਵਾਸਤੇ ਤੇ ਮਨ ਗੁਰੂ ਦੀ ਬਾਣੀ ਪੜ੍ਹਨ ਵਾਸਤੇ, ਗੁਰੂ ਦਾ ਜਸ ਕਰਨ ਵਾਸਤੇ ਤਿਆਰ ਹੋ ਜਾਂਦਾ। ਵਾ ਸ਼ਰਤ ਇੱਕ ਹੈ, ਸੰਗ ਸਾਧ ਸਹੇਲੜੀਆ। ਸਾਧੂਆਂ ਦੀ ਸੰਗਤ ਕਰਕੇ, ਸਾਧੂਆਂ ਦਾ ਸਹੇਲੜੀ ਦਾ ਮਤਲਬ ਸਾਧੂਆਂ ਨਾਲ ਪਿਆਰ, ਸਹੇਲ ਪੁਣਾ। ਸੰਗ ਸਾਧ ਸਹੇਲੜੀਆ, ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਸਾਧੂ ਦੀ ਸੰਗਤ ਕਰਕੇ ਮੈਲ ਲੈ ਜੂਗੀ, ਪਾਰ ਬ੍ਰਹਮ ਪਰਮੇਸ਼ਰ ਜਿਹੜਾ ਉਹ ਮਿੱਤਰ ਬਣ ਜੂਗਾ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਇੱਧਰ ਸਤਿਗੁਰੂ ਜੀ ਨੇ ਕਿਹਾ, ਭਾਈ ਤਨ ਮਨ ਮੌਲਿਆ ਰਾਮ ਸਿਉ। ਜਿਹੜਾ ਪੁਰਸ਼ ਬਾਣੀ ਨਾਲ ਜੁੜ ਗਿਆ, ਪਰਮੇਸ਼ਰ ਦੇ ਨਾਮ ਨਾਲ ਜੁੜ ਗਿਆ, ਉਹਦਾ ਤਨ ਤਾਂ ਮਨ ਦੋਈ ਮੌਲ ਗਏ। ਸੰਗ ਸਾਧ ਸਹੇਲੜੀਆ, ਸਾਧੂਆਂ ਦੀ ਸੰਗਤ ਕਰਕੇ, ਮਹਾਂਪੁਰਸ਼ਾਂ ਨਾਲ ਪ੍ਰੇਮ ਪਾ ਕੇ ਤਾਂ ਤਨ ਮਨ ਮੋੜੂਗਾ। ਨਹੀਂ, ਤਨ ਮਨ ਮੋੜਦਾ ਨਹੀਂ ਹੈ, ਭਾਵੇਂ ਜਿੰਨੇ ਮਰਜ਼ੀ ਜਨਮ ਆਉਂਦਾ ਜਾਉਂਦਾ ਚੱਲਿਆ ਜਾਵੇ। ਇਹ ਸਤਿਗੁਰੂ ਜੀ ਕਹਿੰਦੇ
ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆ। ਜਿਹੜੇ ਕਹਿੰਦੇ ਇਹ ਸਾਧੂਆਂ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਕਰਾਂਗੇ, ਕਹਿੰਦੇ ਉਹ ਇਕੱਲੇ ਹੀ ਰਹਿ ਜਾਂਦੇ। ਜਿੱਦਾਂ ਇਕੱਲੇ ਬੰਦੇ ਨੂੰ ਤਾਂ ਕੋਈ ਵੀ ਲੁੱਟ ਸਕਦਾ, ਉਹਦੇ ਨਾਲ ਕੋਈ ਸਹਾਇਕ ਹੋਵੇ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਤੈਨੂੰ ਦੁੱਖ ਨਾ ਕਬਹੂ ਉਤਰੇ ਸੇ ਜੰਮ ਕੇ ਬਸ ਪੜੀਆ। ਉਹ ਇਹਨਾਂ ਨੂੰ ਜੰਮ ਫੜੇਗਾ, ਜੰਮ ਦੀ ਸਜ਼ਾ ਤੋਂ ਬਚਣਗੇ ਨਹੀਂ। ਜਦੋਂ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰਨ ਲੱਗੇ, ਸਮਾਂ ਮਿਲ ਗਿਆ। ਸਤਿਗੁਰੂ ਜੀ ਗੁਰੂ ਰਾਮਦਾਸ ਮਹਾਰਾਜ ਨੂੰ ਆਪਣੀ ਲੜਕੀ ਬੀਬੀ ਭਾਨੀ ਦੀ ਗੁਰੂ ਅਮਰਦਾਸ ਮਹਾਰਾਜ ਨੇ ਮੰਗਣੀ ਕਰ ਦਿੱਤੀ। ਉਹਦੇ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਸੇਵਾ ਵਿੱਚ ਲੰਗਰ ਦੀ ਸੇਵਾ ਕਰਨੀ। ਹੋਰ ਬੌਲੀ ਜਦੋਂ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਬੌਲੀ ਦੀ ਸੇਵਾ ਕਰਾ ਰਹੇ ਸੀ, ਉਦੋਂ ਗੁਰੂ ਰਾਮਦਾਸ ਮਹਾਰਾਜ ਨੇ ਸੰਗਤਾਂ ਦੀ ਸੇਵਾ ਕਰਨੀ। ਇੱਕ ਦਿਨ ਗੁਰੂ ਰਾਮਦਾਸ ਮਹਾਰਾਜ ਦੇ ਲਾਹੌਰ ਤੋਂ ਉਹਨਾਂ ਦੇ ਪਰਿਵਾਰਕ ਬੰਦੇ, ਉਹਨਾਂ ਦੇ ਸਰੀਕੇ ਵਿੱਚੋਂ ਉਹਨਾਂ ਹਰਿਦੁਆਰ ਨੂੰ ਜਾਂਦਿਆਂ ਜਾਂਦਿਆਂ ਰਸਤੇ ਵਿੱਚ ਉਹਨਾਂ ਨੇ ਕਿਹਾ ਚਲੋ ਭਾਈ ਰਾਮਦਾਸ ਇੱਥੇ ਗੁਰੂ ਘਰ ਦਾ ਸੇਵਕ ਆ, ਗੁਰੂ ਘਰ ਦੇ ਵਿੱਚ ਉਹਦੀ ਸ਼ਾਦੀ ਵੀ ਹੋਈ ਆ, ਉਹਨੂੰ ਜਾਂਦੇ ਜਾਂਦੇ ਮਿਲ ਚਲੀਏ, ਨਾਲ ਰਾਤ ਰਹਿ ਰਹੇ ਨੇ। ਜਦੋਂ ਉਹਨਾਂ ਦੇ ਸਾਕ ਸੰਬੰਧੀ ਗੋਇੰਦਵਾਲ ਸਾਹਿਬ ਪਹੁੰਚੇ ਤਾਂ ਗੁਰੂ ਰਾਮਦਾਸ ਮਹਾਰਾਜ ਭਾਂਡੇ ਮਾਂਜ ਰਹੇ ਸੀ ਤੇ ਕੋਈ ਵਸਤਰਾਂ ਦੀ ਪਰਵਾਹ ਨਹੀਂ, ਕੋਈ ਆਰਾਮ ਕਰਨ ਦੀ ਨਹੀਂ। ਜਿਹੜਾ ਵੀ ਕੋਈ ਸੰਗਤਾਂ ਆਉਂਦੀਆਂ ਉਹਨਾਂ ਦੀ ਸੇਵਾ ਕਰਨੀ, ਉਹਨਾਂ ਦੇ ਭਾਂਡੇ ਮਾਂਜਣੇ ਤੇ ਝਾੜੂ ਫੇਰਨਾ, ਟੋਕਰੀ ਢੋਣੀ, ਪ੍ਰਸ਼ਾਦੇ ਵਰਤਾਉਣੇ, ਦਾਲਾਂ ਵਰਤਾਉਣੀਆਂ। ਗੁਰੂ ਰਾਮਦਾਸ ਮਹਾਰਾਜ ਦਾ ਇਹ ਕਰਮ ਸੀ। ਉਹ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਸੀ, ਉਹਨਾਂ ਨੇ ਬੜੀ ਗੱਲ ਇਹ ਮਾੜੀ ਜਾਣੀ, ਜਿਹਦਾ ਸਮਾਜ ਵਿੱਚ ਇਸ ਗੱਲ ਨੂੰ ਇੱਜ਼ਤ ਸਮਝਦੇ ਆ ਵੀ ਸਹੁਰੀ ਜਾ ਕੇ ਕੰਮ ਦਾ ਡੱਖਾ ਨਹੀਂ ਦੋਹਰਾ ਕਰਨਾ, ਇੱਜ਼ਤ ਸਮਝਦੇ ਆ। ਉਹਨਾਂ ਨੇ ਮਨ ਵਿੱਚ ਵਿਚਾਰ ਕੀਤੀ ਵੀ ਸਹੁਰੇ ਘਰ ਆ ਕੇ ਦੇਖੋ ਇਹਦੀ ਕੀ ਦੁਰਦਸ਼ਾ। ਜੇ ਭਾਂਡੇ ਹੀ ਮਾਂਜਣੇ ਸੀ ਤਾਂ ਤੂੰ ਭਾਈ ਘਰੇ ਰਹਿ ਲੈਣਾ ਸੀ ਇਹਦੇ ਨਾਲੋਂ, ਤੇ ਸਹੁਰਿਆਂ ਦੇ ਘਰ ਆ ਕੇ ਤੂੰ ਇਹ ਕੀ ਸਾਡੀ ਬਦਨਾਮੀ ਕਰਾ ਰਿਹਾ। ਤਾਂ ਫਿਰ ਗੁਰੂ ਰਾਮਦਾਸ ਮਹਾਰਾਜ ਨੇ ਉਸ ਸਮੇਂ ਫਿਰ ਇੱਕ ਸ਼ਬਦ ਉਚਾਰਿਆ। ਚੌਥੇ ਪਾਤਸ਼ਾਹ ਜੀ ਗੁਰੂ ਰਾਮਦਾਸ ਦਾ ਸ਼ਬਦ ਹੈ ਜੈਤਸਰੀ ਰਾਗ ਦੇ ਵਿੱਚ, ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਮੇਰੇ ਹਿਰਦੇ ਵਿੱਚ ਪਰਮੇਸ਼ਰ ਨੇ ਕਿਰਪਾ ਕਰਕੇ ਪਰਮੇਸ਼ਰ ਦਾ ਨਾਮ ਵਸਾ ਦਿੱਤਾ, ਮੇਰੇ ਮੱਥੇ ਤੇ ਹੱਥ ਰੱਖਿਆ, ਮੇਰੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰੂ ਨਾਮ ਦੀ ਉਹ ਰਿਨ ਲਾਥਾ। ਜਦੋਂ ਗੁਰੂ ਦੀ ਕਿਰਪਾ ਹੋਈ, ਮਹਾਂਪੁਰਸ਼ ਦੀ ਕਿਰਪਾ ਹੋਈ, ਜਨਮਾਂ ਜਨਮਾਂਤਰਾਂ ਦੇ ਜਿਹੜੇ ਮੇਰੇ ਕਰਜ਼ੇ ਸੀ ਉਹ ਮੇਰਾ ਕਰਜ਼ਾ ਲੈ ਗਿਆ। 3 ਪ੍ਰਕਾਰ ਦੇ ਕਰਜ਼ੇ ਨੇ ਜੀਵ ਦੇ ਉੱਤੇ। ਇੱਕ ਤਾਂ ਕਰਜ਼ਾ ਹੈ ਪਰਮੇਸ਼ਰ ਨਿਰੰਕਾਰ ਦਾ, ਜਿਸ ਨੇ ਇਹਨੂੰ ਗਰਭ ਵਿੱਚੋਂ ਕੱਢਿਆ, ਉੱਥੇ ਜੀਵ ਨੇ ਪਰਮੇਸ਼ਰ ਨਾਲ ਵਾਅਦਾ ਕੀਤਾ ਹੋਇਆ। ਇੱਕ ਤਾਂ ਕਰਜ਼ਾ ਪਰਮੇਸ਼ਰ ਦਾ ਹੈ, ਦੂਸਰਾ ਕਰਜ਼ਾ ਮਾਤਾ ਪਿਤਾ ਦਾ ਹੈ, ਤੀਸਰਾ ਕਰਜ਼ਾ ਦੇਵੀ ਦੇਵਤਿਆਂ ਦਾ ਹੈ। ਹਵਾ ਹੈ, ਪਾਣੀ ਹੈ, ਅੱਗ ਹੈ, ਸਾਰੇ ਦੇਵਤੇ। ਇਹ ਜੇ ਤਿੰਨੇ ਦੇਵਤੇ ਨਾ ਹੋਣ ਤਾਂ ਮਨੁੱਖ ਦਾ ਜੀਵਣਾ ਔਖਾ ਹੋ ਜੂ। ਹਵਾ ਨਾ ਹੋਵੇ, ਅੱਗ ਨਾ ਹੋਵੇ, ਪਾਣੀ ਨਾ ਹੋਵੇ। ਸਤਿਗੁਰੂ ਜੀ ਬਾਣੀ ਵਿੱਚ ਲਿਖੇ ਰਿਹਾ, ਜੇ ਪ੍ਰਸਾਦ ਪੀਵੇਂ ਸੀਤਲ ਜਲਾ, ਸੁਖਦਾਈ ਪਾਵਨ ਪਾਵਕ ਅਮੁੱਲਾ। ਇਹਦੀ ਕੋਈ ਕੀਮਤ ਨਹੀਂ ਲਈ ਹੈ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰਾ ਤਾਂ ਕਰਜ਼ਾ ਵੀ, ਜਦੋਂ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਮੇਰਾ ਕਰਜ਼ਾ ਵੀ 3 ਪ੍ਰਕਾਰ ਦਾ ਫਿਰ ਕਰਜ਼ਾ ਨਹੀਂ ਰਿਹਾ। ਜਿਹੜੇ ਕਹਿੰਦੇ ਅਸੀਂ ਸਾਧੂਆਂ ਦੇ ਨੇੜੇ ਨਹੀਂ ਜਾਣਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਬਿਨ ਗੁਰ ਮੂੜ ਪਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ। ਗੁਰੂ ਤੋਂ ਬਿਨਾ, ਮਹਾਂਪੁਰਖ ਦੀ ਸੰਗਤ ਤੋਂ ਬਿਨਾ ਕਹਿੰਦੇ ਮੂਰਖ ਬੰਦੇ ਮਨਮੁਖ। ਮੂੜ ਕਹਿੰਦੇ ਮੂਰਖ ਨੂੰ, ਆਪਣੀ ਮਨ ਦੀ ਮਰਜ਼ੀ ਕਰਨ ਵਾਲਾ। ਮੋਹ ਮਾਇਆ ਨਿਤ ਫਾਥਾ, ਮੋਹ ਮਾਇਆ ਦੇ ਜਾਲ ਵਿੱਚ ਫਸ ਗਿਆ। 3 ਸਾਧੂ ਚਰਨ ਨਾ ਸੇਵੈ ਕਬਹੂ, 3 ਸਭ ਜਨਮ ਅਕਾਥਾ। ਨਾ ਤਾਂ ਉਹਨਾਂ ਨੇ ਸਾਧੂਆਂ ਦੇ ਚਰਨਾਂ ਦੀ ਸੇਵਾ ਕੀਤੀ ਹੈ ਤੇ ਉਹਨਾਂ ਦਾ ਜਨਮ ਬਿਰਥਾ ਚਲਿਆ ਗਿਆ। ਚੌਥੇ ਪਾਤਸ਼ਾਹ ਜੀ ਕਹਿੰਦੇ ਅਗਲੀ ਪੰਕਤੀ ਵਿੱਚ ਜਿਨ੍ਹਾਂ ਨੇ ਸਾਧੂਆਂ ਦੀ ਸੇਵਾ ਕੀਤੀ ਉਹਨਾਂ ਦੀ ਮਹਿਮਾ ਦਰਸਾਉਂਦੇ ਆ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ ਦੀ ਸੇਵਾ ਕੀਤੀ ਆ, 3 ਸਫਲਿਓ ਜਨਮ ਸਨਾਥਾ। ਉਹਨਾਂ ਦਾ ਜਨਮ ਸਫਲਾ ਹੋ ਗਿਆ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਮਹਾਰਾਜ ਆਪ ਦੇ ਦਾਸਾਂ ਦਾ ਮੈਨੂੰ ਦਾਸ ਬਣਾ ਲਾ। ਹਰ ਦਇਆ ਧਾਰ ਜਗਨਨਾਥਾ, ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੇ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਆਂਚਲ ਦੀਜੇ ਜਾਂ ਨਾਨਕ ਚਲੇ ਮਲੰਥਾ। ਸੱਚੇ ਪਾਤਸ਼ਾਹ ਅਸੀਂ ਤਾਂ ਅੰਨੇ ਆ, ਆਂਚਲ ਹੁੰਦਾ ਆਸਰਾ, ਸਾਨੂੰ ਆਸਰਾ ਬਖਸ਼ੋ।
ਅੰਚਲ ਗਹਿ ਕੇ ਸਾਧਕਾ ਤਰਨਾ ਇਹ ਸੰਸਾਰ। ਅੰਚਲ ਹੁੰਦਾ ਆਸਰਾ, ਸਾਧੂ ਨੇ ਆਸਰਾ ਦਿੱਤਾ ਤਾਂ ਸੰਸਾਰ ਤਰ ਸਕਦੇ ਆ, ਨਹੀਂ ਸੰਸਾਰ ਤਰ ਨਹੀਂ ਸਕਦੇ। ਤਾਂ ਸਤਿਗੁਰੂ ਜੀ ਕਹਿੰਦੇ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿ ਲੜੀਆ। ਸਾਧ ਜਨਾਂ ਤੇ ਬਾਹਰੀ ਸੇ ਰਹਿਣ ਕੇ ਲੜੀਆ। ਜਿਹੜੇ ਸਾਧੂਆਂ ਤੋਂ ਬਾਹਰੇ ਉਹ ਸਮਝ ਲਓ ਇਕੱਲੇ ਹੀ ਆ, ਉਹਨਾਂ ਨੂੰ ਕੋਈ ਆਸਰਾ ਨਹੀਂ ਹੈ। ਤਿੰਨ ਦੁੱਖ ਨਾ ਕਬੂ ਉਤਰੇ ਸੇ ਜਮ ਕਾ ਬਸ ਪੜੀਆ। ਉਹਨਾਂ ਦਾ ਦੁੱਖ ਜਨਮ ਮਰਨ ਦਾ ਮੁੱਕ ਨਹੀਂ ਸਕਦਾ, ਜਮ ਦੇ ਫੰਦੇ ਚੋਂ ਨਿਕਲ ਨਹੀਂ ਸਕਦੇ। ਤਿੰਨ ਦੁੱਖ ਨਾ ਕਬੂ ਉਤਰੇ ਜਮ ਕੇ ਬਸ ਪੜੀਆ। ਰਤਨ ਜਵੇਹਰ ਲਾਲ ਹਰ ਕੰਠ ਤਨਾ ਜੜੀਆ। ਜੇ ਪਰਮੇਸ਼ਰ ਦਾ ਨਾਮ ਹੈ, ਜਿੱਦਾਂ ਆਮ ਲੋਕ ਆਪਣੇ ਸਰੀਰ ਨੂੰ ਸੋਹਣਾ ਬਣਾਉਣ ਵਾਸਤੇ ਸੁੰਦਰ ਸੁੰਦਰ ਨਗ ਪਾਏ ਜਾਂਦੇ ਆ, ਬਹੁਤੇ ਕੀਮਤੀ ਪੱਥਰ ਨੇ ਰਤਨ ਜਵੇਹਰ ਲਾਲ। ਰਤਨ ਜਵੇਹਰ ਲਾਲ ਹਰ ਕਹਿੰਦੇ ਉਹਨਾਂ ਨੇ ਪਰਮੇਸ਼ਰ ਨੂੰ ਆਪਣੇ ਗਲੇ ਦਾ ਹਾਰ, ਜਿੱਦਾਂ ਦੁਨੀਆ ਰਤਨ ਜਵਾਹਰ ਪਾਉਂਦੀ ਆ ਕਲਾ ਵਿੱਚ, ਉਹਨਾਂ ਪੁਰਸ਼ਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣਾ ਸੋਹਣਾ ਬਣਾਉਣ ਵਾਸਤੇ ਪਾਈ। ਇਹਨੂੰ ਕੀਮਤੀ ਜਾਣਿਆ ਨਾਮ ਨੂੰ ਬਾਕੀ ਸਾਰਿਆਂ ਨਾਲੋਂ। ਭਾਵੇਂ ਦੂਜੇ ਲਾਲ ਵੀ ਕੀਮਤੀ ਨੇ, ਬੜੀ ਕੀਮਤ ਦੱਸੀ ਆ ਸਤਿਗੁਰੂ ਜੀ ਨੇ ਹੀਰੇ ਦੀ ਵੀ। ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ। ਭਾਵੇਂ ਹੀਰੇ ਦੀ ਕੋਈ ਕੀਮਤ ਨਹੀਂ ਆ, ਹੀਰੇ ਦੀ ਬੇਕੀਮਤ, ਉਹਦਾ ਕੀਮਤ ਕੋਈ ਪਾ ਹੀ ਨਹੀਂ ਸਕਿਆ। ਕੋਹੇ ਨੂਰ ਹੀਰਾ ਕਿਸੇ ਸਮੇਂ ਤੇ ਅੰਗਰੇਜ਼ਾਂ ਕੋਲ ਸੀ, ਮਹਾਰਾਜਾ ਰਣਜੀਤ ਸਿੰਘ ਕੋਲ ਵੀ ਰਿਹਾ ਤੇ ਹੁਣ ਅੰਗਰੇਜ਼ਾਂ ਦੇ ਪਾਸ ਹੈ। ਕਿਸੇ ਨੇ ਪੁੱਛਿਆ ਸੀ ਇਸ ਹੀਰੇ ਦੀ ਕੀਮਤ ਕੀ ਆ, ਤੇ ਮਹਾਰਾਜਾ ਰਣਜੀਤ ਸਿੰਘ ਨੂੰ ਪੁੱਛਿਆ ਇਹਦੀ ਕੋਹੇ ਨੂਰ ਦੀ ਕੀਮਤ ਕੀ ਆ। ਉਹਨਾਂ ਨੇ ਇਹਦੀ ਕੀਮਤ ਜੁੱਤੀ ਆ, ਜਿਹਦੀ ਜੁੱਤੀ ਬੜੀ ਆ, ਤਾਕਤਵਰ ਆ, ਉਹਦੇ ਕੋਲ ਹੀਰਾ ਚਲੇ ਜਾਊਗਾ ਇਹ। ਸੋ ਜਿਸ ਤਰ੍ਹਾਂ ਇਹਨਾਂ ਪੱਥਰਾਂ ਦੀ ਕੀਮਤ ਹੈ, ਕੋਈ ਕੀਮਤ ਗਿਣੀ ਨਹੀਂ ਜਾਂਦੀ, ਉਸ ਤਰ੍ਹਾਂ ਪਰਮੇਸ਼ਰ ਦੇ ਨਾਮ ਦੀ ਤੁਲਨਾ ਸਤਿਗੁਰੂ ਜੀ ਨੇ ਕੀਤੀ। ਜਿਹੜੇ ਪੁਰਸ਼ ਮਹਿੰਗੇ ਪੱਥਰ ਗਲਾਂ ਵਿੱਚ ਪਾਉਂਦੇ ਆ, ਠੀਕ ਹੈ, ਇਹ ਵੀ ਪਰਮੇਸ਼ਰ ਦਾ ਨਾਮ ਵੀ ਸਾਰਿਆਂ ਨਾਲੋਂ ਮਹਿੰਗਾ। ਰਤਨ ਜਵੇਹਰ ਲਾਲ ਹਰ ਕੰਠ ਤੇ ਨਾ ਜੜੀਆ। ਨਾਨਕ ਬਾਂਛੇ ਧੂੜ ਤਿਨ ਪ੍ਰਭ ਸਰਨੀ ਦਰ ਪੜੀਆ। ਸਤਿਗੁਰੂ ਨਾਨਕ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਤਾਂ ਉਹਨਾਂ ਪੁਰਸ਼ਾਂ ਦੀ ਧੂੜ ਮੰਗਦਾ ਜਿਹੜੇ ਪਰਮੇਸ਼ਰ ਦੇ ਦਰ ਤੇ ਪਏ ਹੋਏ। ਨਾਨਕ ਬਾਂਛੇ ਧੂੜ ਤਿਨ ਪ੍ਰਭ ਸਰਨੀ ਦਰ ਪੜੀਆ। ਜਿਹੜੇ ਪਰਮੇਸ਼ਰ ਦੀ ਸਰਨ ਵਿੱਚ ਆਏ ਆ, ਜਾਂ ਉਹਦੇ ਦਰਵਾਜ਼ੇ ਤੇ ਪਾਈ ਉਹਦੇ ਸਰਨ ਵਿੱਚ ਪਏ ਹੋਏ ਪੁਰਖ ਹੈ, ਅਸੀਂ ਉਹਨਾਂ ਦੀ ਧੂੜ ਮੰਗਦੇ ਹਾਂ। ਮਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆ। ਮਗਰ ਦੇ ਮਹੀਨੇ ਵਿੱਚ ਆਰਾਧਨ ਕਰੋਗੇ, ਭਾਵੇਂ ਠੰਡ ਹੋ ਗਈ ਆ, ਸਿਆਲ ਦੀ ਸ਼ੁਰੂਆਤ ਹੋ ਗਈ ਆ, ਇਹਦੇ ਵਿੱਚ ਬਿਰਲੇ ਬਿਰਲੇ ਬੰਦੇ ਉੱਠ ਕੇ ਠੰਡੇ ਪਾਣੀ ਨੂੰ ਨਹਾਉਗੇ, ਬਾਕੀ ਗਰਮ ਪਾਣੀ ਲੱਭਦੇ ਆ। ਤੇ ਕਹਿੰਦੇ ਜਿਹੜੇ ਇਸ ਮਹੀਨੇ ਵਿੱਚ ਪਰਮੇਸ਼ਰ ਦਾ ਨਾਮ ਜਪੂਗੇ, ਉਹਨਾਂ ਨੂੰ ਬਹੁਤੇ ਜਨਮਾਂ ਦਾ ਚੱਕਰ ਨਹੀਂ ਪਊਗਾ, ਉਹ ਜਨਮ ਬਹੁਤੇ ਨਹੀਂ ਲਾਉਣਗੇ। ਇਸ ਮਹੀਨੇ ਵਿੱਚ ਭਾਈ ਵੱਧ ਤੋਂ ਵੱਧ ਪਰਮੇਸ਼ਰ ਦਾ ਨਾਮ ਜਪਿਓ, ਵੱਧ ਤੋਂ ਵੱਧ ਬਾਣੀ ਪੜ੍ਹਿਓ। ਇਹ ਮਹੀਨੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਗਿਆਨ ਬਖਸ਼ਿਆ। ਸੋ ਅਗਲਾ ਸਿਆਲ ਦਾ ਮਹੀਨਾ, ਇਹ ਤੋਂ ਅਗਲਾ ਮਹੀਨਾ ਜਿਹੜਾ ਪੋਹ ਦਾ ਮਹੀਨਾ, ਉਹ ਇਹ ਤੋਂ ਵੀ ਜ਼ਿਆਦਾ ਠੰਡਾ ਹੋਊਗਾ। ਔਰ ਸਿੱਖ ਕੌਮ ਵਾਸਤੇ ਸਭ ਤੋਂ ਦੁਖਦਾਈ ਮਹੀਨਾ ਅਗਲਾ ਪੋਹ ਦਾ ਮਹੀਨਾ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਤੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਛੋਟੇ ਸਾਹਿਬਜ਼ਾਦੇ ਮਾਤਾ ਜੀ, ਉਹਨਾਂ ਨੂੰ ਸਰਹੰਦ ਦੀ ਫਤਿਹਗੜ੍ਹ ਸਾਹਿਬ ਵਿੱਚ ਨੀਹਾਂ ਵਿੱਚ ਚਿਣ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਛੀਵਾੜੇ ਤੋਂ ਹੁੰਦੇ ਹੋਏ, ਉਹ ਸਾਰਾ ਪੋਹ ਦਾ ਮਹੀਨਾ ਸਿੱਖਾਂ ਵਾਸਤੇ ਬੜਾ ਦੁਖਦਾਈ ਮਹੀਨਾ ਹੈ। ਸੋ ਇਹ ਮਹੀਨੇ ਵਿੱਚ ਭਾਈ ਪਰਮੇਸ਼ਰ ਦਾ ਨਾਮ ਜਪਿਓ। ਜਿਹੜੇ ਨਹੀਂ ਪੜ੍ਹਦੇ ਜ਼ਰੂਰ ਪੜ੍ਹਿਓ ਬਾਣੀ, ਇਸ਼ਨਾਨ ਕਰਿਆ ਕਰੋ। ਬਹੁਤ ਥੋੜੇ ਪੁਰਖ ਰਹਿੰਦੇ ਪਿੰਡਾਂ ਵਿੱਚ ਜਿਹੜੇ ਹੁਣ ਪਰਮੇਸ਼ਰ ਨਾਲ ਜੁੜੇ ਹੋਏ ਆ। ਸਰੀਰ ਤਾਂ ਸੁੰਦਰ ਤੇ ਸੁੰਦਰ ਹੈ, ਆਪਣੇ ਸਰੀਰ ਨੂੰ ਸੁੰਦਰ ਬਣਾਉਣ ਵਾਸਤੇ ਮਨੁੱਖ ਨੇ ਅਨੇਕਾਂ ਯਤਨ ਕੀਤੇ ਹੋਏ ਆ। ਕਿਸੇ ਨੇ ਦਾੜੀ ਬਣਾ ਲਈ, ਕਿਸੇ ਨੇ ਸਿਰ ਬਣਾ ਲਿਆ, ਸਰੀਰ ਨੂੰ ਸੁੰਦਰ ਬਣਾਉਣ ਵਾਸਤੇ। ਭਾਈ ਸੁੰਦਰ ਤਾਂ ਬਾਬਾ ਫਰੀਦ ਸਾਹਿਬ ਕਹਿੰਦੇ ਤੈਨੂੰ ਪਰਮੇਸ਼ਰ ਨੇ ਬਣਾ ਕੇ ਹੀ ਭੇਜਿਆ ਸੀ। ਫਰੀਦਾ ਉਮਰ ਸੁਹਾਵੜੀ ਵਨ ਸਵਰਨੜੀ ਦੇ, ਬਿਰਲੇ ਕਈ ਪਾਈਆਂ ਨੇ ਜਿਨ੍ਹਾਂ ਪਿਆਰੇ ਨੇ। ਕਹਿੰਦੇ ਸੁੰਦਰ ਤੋਂ ਸੁੰਦਰ ਦੇਹੀ ਆ, ਇੱਕ ਦੂਜੇ ਨਾਲੋਂ, ਇੱਕ ਦੂਜੇ ਨਾਲ ਵਧੀਆ ਤੇ ਵਧੀਆ ਸਰੀਰ, ਵਧੀਆ ਤੇ ਵਧੀਆ ਰੰਗ, ਵਧੀਆ ਤੇ ਵਧੀਆ ਅੰਗ। ਪਰ ਕਹਿੰਦੇ ਬਿਰਲੇ ਪੁਰਸ਼ ਆ ਜਿਹੜੇ ਪਰਮੇਸ਼ਰ ਨਾਲ ਪਿਆਰ ਵਾਲੇ ਆ। ਬਾਕੀ ਤਾਂ ਭਾਈ ਸੰਸਾਰ ਦੇ ਪਦਾਰਥਾਂ ਨਾਲ ਹੀ ਚਿੰਬੜੇ ਹੋਏ ਆ। ਠੀਕ ਹੈ, ਪਦਾਰਥ ਵੀ ਆਪਣੇ ਥਾਂ ਜ਼ਰੂਰੀ ਨੇ, ਪਰ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਵੀ, ਸਤਿਗੁਰੂ ਜੀ ਦਾ ਜੋ ਮਹੀਨੇ ਬਾਅਦ ਤੁਸੀਂ ਆਏ ਆ, ਉਪਦੇਸ਼ ਵੀ ਜ਼ਰੂਰ ਸੁਣ ਕੇ ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ ਪਰਮੇਸ਼ਰ ਦਾ ਨਾਮ। ਮੂਲ ਮੰਤਰ ਮਹਾਂਪੁਰਸ਼ ਦੱਸਦੇ ਹੁੰਦੇ ਸੀ, ਕੋਈ 6 ਮਾਲਾ ਮੂਲ ਮੰਤਰ ਦੀਆਂ
ਰੋਜ਼ ਫੇਰ ਦੇਵੇ, ਇੱਕ ਮਹੀਨੇ ਵਿੱਚ 180 ਮਾਲਾ ਫਿਰ ਜਾਂਦੀਆਂ। ਜਿਹੜਾ 180 ਮਾਲਾ ਫੇਰ ਦੇਵੇ, ਕੋਈ ਗੁਰੂ ਗ੍ਰੰਥ ਸਾਹਿਬ ਨੂੰ ਬੇਨਤੀ ਕਰੇ ਤਾਂ ਉਹਦੀ ਸੁਣ ਲੈਂਦੇ ਆ ਜ਼ਰੂਰ। ਜਿਹੜਾ ਇਹਦੇ ਤੋਂ ਘੱਟ ਨਾ, ਇਹਦੇ ਤੋਂ ਘੱਟ ਕਰੇ, ਕਹਿੰਦੇ ਪੁੰਨ ਬਣ ਜਾਂਦਾ। ਪਰਮੇਸ਼ਰ ਸੁਣਦਾ ਨਹੀਂ ਵੀ ਤੂੰ ਕੀ ਗੱਲ ਕਹੀ ਹੈ। ਸੋ ਬਾਣੀ ਪੜ੍ਹਿਆ ਕਰੋ, ਪਰਮੇਸ਼ਰ ਦਾ ਨਾਮ ਜਪਿਆ ਕਰੋ। ਸਾਰੀ ਸੰਗਤ ਨੂੰ ਜੀ ਆਇਆਂ। ਸਾਹਿਬ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸਮੂਹ ਸੰਗਤਾਂ ਦਾ ਭਲਾ ਕਰਨ, ਜੋ ਉਹਨਾਂ ਦੇ ਪਵਿੱਤਰ ਅਸਥਾਨ ਤੇ ਹਾਜ਼ਰੀ ਭਰਨ ਆਏ ਹੋ। ਸੋ ਦਾਸ ਦੀ ਇੰਨੀ ਸੇਵਾ ਪ੍ਰਵਾਨ ਕਰੋ। ਸਾਰੀ ਸੰਗਤ ਜਿੰਨੇ ਵੀ ਆਏ ਹੋ, ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਜੋ ਜੋੜ ਮੇਲਾ ਲੰਘ ਕੇ ਗਿਆ, ਬਹੁਤ ਸੰਗਤਾਂ ਨੇ ਸੇਵਾ ਕੀਤੀਆਂ। ਸੇਵਾਦਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਿਹੜੀਆਂ ਸੰਗਤਾਂ ਨੇ ਹਾਜ਼ਰੀ ਭਰੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬੜਾ ਸਤਿਗੁਰੂ ਜੀ ਕਿਰਪਾ ਕੀਤੀ, ਸਤਿਯੁਗ ਵਰਤਿਆ, ਸਾਰੇ ਪਦਾਰਥ ਵੱਧ ਗਏ, ਬਿਲਕੁਲ ਸ਼ਾਂਤੀ ਦੇ ਨਾਲ। ਬਹੁਤ ਵੱਡਾ ਦੁਆਬੇ ਦਾ ਸਭ ਤੋਂ ਵੱਡਾ ਮੇਲਾ ਹੈ ਇਹ। ਮਹਾਂਪੁਰਸ਼ਾਂ ਦੀ ਕਿਰਪਾ ਤੋਂ ਬਿਨਾਂ ਸ਼ਾਂਤੀ ਨਹੀਂ ਵਰਤਦੀ। ਇਹ ਉਹਨਾਂ ਦੀ ਬਖਸ਼ਿਸ਼ ਕਿਰਪਾ ਦੁਆਰਾ ਹੀ ਸ਼ਾਂਤੀ ਵਰਤੀ ਹੈ। ਸੋ ਇੰਨੇ ਬਚਨ ਸਾਰੀ ਸੰਗਤ ਜਿੰਨੇ ਵੀ ਆਪਣਾ ਬਚਨ ਸਾਂਝੇ ਕੀਤੇ ਆ, ਸਾਰੀ ਸੰਗਤ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ